ਹੁਣ ਇਹ ਜਿਹੜੇ ਹਾਲਾਤ ਨੇ ਉਸ ਵੇਲੇ ਦੇ ਬਣਦੇ ਪਏ ਨੇ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵੀ ਇਲਾਕੇ ਦੇ ਵਿੱਚ ਜਾਂਦੇ ਨੇ, ਸੰਗਤ ਉਹਨਾਂ ਦੇ ਨਾਲ ਖੜੀ ਹੋ ਜਾਂਦੀ ਹੈ। ਮਹਾਰਾਜ ਜੀ ਦੀ ਬਾਣੀ ਦਾ ਬਚਨ ਜਿਹੜਾ ਅਸੀਂ ਪੜ੍ਹਦੇ ਹਾਂ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਵੀ ਮਹਾਰਾਜ ਹਰ ਥਾਂ ਤੇ ਉਹ ਕਹਿੰਦੇ ਨੇ ਵੀ ਡਰੋ ਨਾ ਕਿਸੇ ਨੂੰ ਤੇ ਨਾ ਕਿਸੇ ਨੂੰ ਡਰਾਓ। ਬਸ ਇਹ ਸਾਡੀ ਨੀਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ, ਨਾ ਕਿਸੇ ਕੋ ਡਰਨਾ ਹੈ ਤੇ ਨਾ ਆਪਾਂ ਕਿਸੇ ਨੂੰ ਡਰਾਉਣਾ ਹੈ। ਹੁਣ ਜਿਹੜੀ ਸੰਗਤ ਹੈ ਨਾ, ਉਹ ਸਾਨੂੰ ਇੱਦਾਂ ਲੱਗਦਾ ਵੀ ਬਸ ਆਮ ਜੀ ਸਾਧੂਆਂ ਦੀ ਸੰਗਤ ਹੋਵੇਗੀ। ਅਸਲ 'ਚ ਮਹਾਰਾਜ ਜਿੱਥੇ ਜਾਂਦੇ ਸੀ ਸੰਗਤ ਤਿਆਰ ਹੋ ਜਾਂਦੀ ਸੀ ਵੀ ਮਹਾਰਾਜ ਤੁਸੀਂ ਇੱਕ ਵਾਰ ਹੁਕਮ ਤੇ ਕਰੋ, ਆਪਾਂ ਨਾਲ ਆਉਣ ਲਈ ਤਿਆਰ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਇੰਨੀ ਗਿਣਤੀ ਦੇ ਵਿੱਚ ਖਾਲਸਾ ਕਿੱਦਾਂ ਇਕੱਠਾ ਹੋ ਜਾਂਦਾ ਹੈ। ਅਸੀਂ ਪੜ੍ਹਦੇ ਹਾਂ ਨਾ ਵੀ ਵਿਸਾਖੀ ਤੇ 80,000 ਦਾ ਇਕੱਠ ਹੋ ਗਿਆ। ਉਹ ਕਿਉਂ ਇਕੱਠਾ ਹੋ ਗਿਆ? ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦੁਸਤਾਨ ਦਾ ਚੱਕਰ ਕੱਟਿਆ ਹੈ, ਇਹ ਉਹਦਾ ਇੰਪੈਕਟ ਪੈ ਰਿਹਾ ਹੈ, ਇਹ ਉਹਦਾ ਕਾਰਨ ਬਣਦਾ ਹੈ। ਫਿਰ ਅਗਲੀ ਗੱਲ, ਇਸ ਸਾਰੇ ਸਮੇਂ ਦੇ ਵਿੱਚ ਜੋ ਔਰੰਗਜ਼ੇਬ ਦੇ ਵੱਲੋਂ ਕੀਤਾ ਜਾ ਰਿਹਾ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਈ ਛੋਟੀ ਸ਼ਖਸੀਅਤ ਨਹੀਂ ਸੀ ਉਸ ਵੇਲੇ। ਵੀ ਜਿੱਥੇ ਜਿੱਥੇ ਵਿਚਰਦੇ ਸੀ ਇਹਨਾਂ ਦੀਆਂ ਰਿਪੋਰਟਸ ਬਾਕਾਇਦਾ ਦਿੱਲੀ ਦਰਬਾਰ ਦੇ ਵਿੱਚ ਪਹੁੰਚਦੀਆਂ ਸੀ। ਔਰ ਵੈਸੇ ਇੱਕ ਹੋਰ ਘਟਨਾ, ਲਗਭਗ ਅਪ੍ਰੈਲ 1674 1674 ਦੇ ਵਿੱਚ ਹਸਨ ਅਬਦਾਲ ਦਾ ਇਲਾਕਾ ਹੈ, ਔਰੰਗਜ਼ੇਬ ਆਪ ਇੱਧਰ ਚਲਾ ਗਿਆ ਹੈ। ਉੱਥੋਂ ਇਹ ਵਾਪਸ ਆਇਆ ਹੈ 2 ਸਾਲ ਬਾਅਦ, ਮਾਰਚ 1676 ਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋ ਚੁੱਕੀ ਹੈ, ਇਹ ਫਿਰ ਵਾਪਸ ਦਿੱਲੀ ਆਇਆ ਸੀ। ਮਹਾਰਾਜ ਦੀ ਸ਼ਹਾਦਤ ਵੇਲੇ ਔਰੰਗਜ਼ੇਬ ਦਿੱਲੀ ਦੇ ਵਿੱਚ ਨਹੀਂ ਸੀ। ਦੂਸਰਾ ਪਾਸਾ, ਉਸ ਵੇਲੇ ਜਦੋਂ ਇਹ ਸਰਹੰਦ ਨਿਕਲਿਆ ਹੈ, ਪੰਜਾਬ ਨਿਕਲ ਕੇ ਗਿਆ ਸੀ ਅਗਲੇ ਪਾਸੇ ਪੰਜਾ ਸਾਹਿਬ ਵੱਲ, ਤੇ ਮਹਾਰਾਜ ਜੀ ਉਸ ਵੇਲੇ ਮਾਲਵੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਪਏ ਸੀ। ਹੁਣ ਇਹ ਜਿਹੜੀ ਹਾਲਾਤ ਹੈ ਦੇਸ਼ ਦੀ, ਕਿ ਜਿੱਥੇ ਧੱਕੇ ਦੇ ਨਾਲ ਜਨੇਊ ਲਾਏ ਜਾਂਦੇ ਨੇ, ਟਿੱਕੇ ਵੀ ਲਾਏ ਜਾਂਦੇ ਨੇ, ਇਹ ਸਾਰੀਆਂ ਲਿਖਤਾਂ ਦੇ ਹਵਾਲੇ ਨੇ, ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ, ਤੁਸੀਂ ਸ਼ਾਇਦ ਸੁਣੇ ਵੀ ਹੋਣਗੇ। ਤੇ ਮੈਂ ਇਹ ਵੀ ਕਹਿ ਦੇਵਾਂ ਕਿ ਹੌਲੀ ਹੌਲੀ ਜਜ਼ੀਆ ਟੈਕਸ ਜਿਹੜਾ ਉਹ ਸੀ ਗੈਰ ਮੁਸਲਮਾਨਾਂ ਨੂੰ ਦੇਣਾ ਪੈਂਦਾ ਹੁੰਦਾ ਸੀ। ਇਹ ਮੁਹੰਮਦ ਬਿਨ ਕਾਸਿਮ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ, ਬਾਅਦ ਦੇ ਵਿੱਚ ਫਿਰੋਜ਼ ਤੁਗਲਕ ਨੇ ਵੀ ਇਹਨੂੰ ਲਾਇਆ, ਅਕਬਰ ਨੇ ਬੰਦ ਕਰ ਦਿੱਤਾ ਸੀ, ਔਰੰਗਜ਼ੇਬ ਦੇ ਵੱਲੋਂ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਸੀ। ਜਿੰਨੇ ਵੀ ਗੈਰ ਮੁਸਲਮਾਨ ਸੀ ਉਹਨਾਂ ਨੂੰ ਇਹ ਦੇਣਾ ਪੈਂਦਾ ਸੀ। ਔਰ ਜਿੱਥੇ ਜਿੱਥੇ ਖਾਸ ਕਰਕੇ ਇਹਨਾਂ ਨੂੰ ਦੂਜੇ ਧਰਮਾਂ ਦੇ ਪ੍ਰਚਾਰਕ ਮਿਲਦੇ ਸੀ, ਜਿਹੜੇ ਸਿੱਖ ਮਸੰਦ ਸੀ, ਉਹਨਾਂ ਨੂੰ ਵੀ ਕਈਆਂ ਪਿੰਡਾਂ ਦੇ ਵਿੱਚੋਂ ਬਾਹਰ ਕੱਢਣ ਦਾ ਜ਼ਿਕਰ ਆਉਂਦਾ ਹੈ ਇਹਨਾਂ ਦੀਆਂ ਫੌਜਾਂ ਦੇ ਵੱਲੋਂ। ਹੁਣ ਇੱਕ ਹੋਰ ਪਾਸਾ, ਇਹ ਸਾਰੇ ਇਲਾਕੇ ਦੇ ਵਿੱਚ ਇੱਦਾਂ ਜਦੋਂ ਵਿਚਰਦੇ ਪਏ ਨੇ ਮਹਾਰਾਜ ਜੀ, ਤੇ ਜਿਹੜੀ ਔਰੰਗਜ਼ੇਬ ਦੇ ਵੱਲੋਂ ਇਹ ਸਾਰੇ ਇਲਾਕਿਆਂ ਦੇ ਵਿੱਚ ਫੌਜਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾਂਦਾ ਹੈ, ਤੇ ਸਭ ਤੋਂ ਪਹਿਲਾਂ ਇਹਨੇ ਇੱਕ ਪਾਸੇ ਤੋਂ ਕੰਮ ਸ਼ੁਰੂ ਕੀਤਾ ਸੀ, ਇਹ ਸੀ ਕਸ਼ਮੀਰ ਦਾ ਇਲਾਕਾ। ਅਸੀਂ ਪੜ੍ਹਦੇ ਹਾਂ ਜੀ, ਕਸ਼ਮੀਰ ਦੇ ਪੰਡਿਤ ਮਹਾਰਾਜ ਜੀ ਦੇ ਕੋਲ ਆਏ। ਇਹ ਕਸ਼ਮੀਰ ਦੇ ਪੰਡਿਤ ਹੀ ਕਿਉਂ ਆਏ ਮਹਾਰਾਜ ਜੀ ਦੇ ਕੋਲ? ਕਸ਼ਮੀਰ ਦਾ ਗਵਰਨਰ ਸੀ ਉਸ ਵੇਲੇ ਇਫਤਖਾਰ ਖਾਨ, ਔਰੰਗਜ਼ੇਬ ਦੇ ਵੱਲੋਂ ਸਪੈਸ਼ਲ ਲਗਾਇਆ ਗਿਆ ਸੀ, ਔਰ ਬੜਾ ਸਖਤ ਬੰਦਾ ਸੀ। ਇੱਦਾਂ ਕਹਿ ਲਓ ਵੀ ਔਰੰਗਜ਼ੇਬ ਦਾ ਦੂਜਾ ਰੂਪ ਸੀ ਇਹ। ਔਰ ਜਿਹੜੇ ਕਸ਼ਮੀਰ ਦੇ ਪੰਡਿਤ ਸੀ ਨਾ, ਇਹ ਆਪਣੇ ਆਪ ਨੂੰ ਹਿੰਦੁਸਤਾਨ ਦਾ ਹੈੱਡ ਮੰਨਦੇ ਹੁੰਦੇ ਸੀ ਕਿ ਅਸੀਂ ਜਿਸ ਪਾਸੇ ਨੂੰ ਚਲਾਵਾਂਗੇ ਨਾ ਹਿੰਦੁਸਤਾਨ ਨੂੰ, ਹਿੰਦੁਸਤਾਨ ਉਸ ਪਾਸੇ ਚੱਲੇਗਾ। ਔਰ ਤੁਸੀਂ ਅੱਜ ਵੀ ਕਈਆਂ ਦੇ ਨਾਮ ਵੇਖ ਲਓ, ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਨਾਮ ਤੁਹਾਨੂੰ ਇੱਦਾਂ ਦੇ ਮਿਲ ਜਾਣਗੇ ਜਿਹੜੇ ਧੱਕੇ ਨਾਲ ਕਨਵਰਟ ਕੀਤੇ ਹੋਏ ਨੇ, ਉਹ ਮਿਲ ਜਾਣਗੇ। ਚਲੋ ਸਾਡਾ ਇਹ ਵਿਸ਼ਾ ਨਹੀਂ ਹੈ। ਹੁਣ ਉਸ ਥਾਂ ਦੇ ਉੱਤੇ ਉਹਨੇ, ਇਫਤਖਾਰ ਖਾਨ ਨੇ ਬਿਲਕੁਲ ਜ਼ੋਰ ਲਾਇਆ ਹੋਇਆ ਹੈ। ਜਿਹੜੇ ਅਸਥਾਨ ਨੇ ਉਹਨਾਂ ਦੇ ਉੱਤੇ ਪਾਬੰਦੀ, ਲੋਕਾਂ ਦੀ ਜ਼ਿੰਦਗੀ ਤੰਗ ਕੀਤੀ ਜਾ ਰਹੀ ਹੈ, ਆਮ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਵੀ ਮਜਬੂਰੀ ਦੇ ਵਿੱਚ ਆ ਕੇ ਤੇ ਧਰਮ ਨੂੰ ਛੱਡ ਕੇ ਤੇ ਮੁਸਲਮਾਨ ਬਣ ਜਾਣ। ਇਹ ਜਿਹੜੇ ਨੇ, ਇਹਨਾਂ ਦੇ ਵਿੱਚੋਂ ਜਦੋਂ ਪਤਾ ਲੱਗਦਾ ਵੀ ਧਰਮ ਵੀ ਬਚਾਉਣਾ ਹੈ ਤੇ ਜ਼ਿੰਦਗੀ ਵੀ ਬਚਾਉਣੀ ਹੈ, 25 ਮਈ 1675 ਨੂੰ 1675 16 ਪੰਡਤਾਂ ਦਾ ਜਿਹੜਾ ਡੈਲੀਗੇਸ਼ਨ ਹੈ, 16 ਪੰਡਤਾਂ ਦਾ ਵਫਦ ਹੈ, ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਭੋਰਾ ਸਾਹਿਬ ਅਸਥਾਨ ਹੈ ਜਿੱਥੇ ਇਹ ਪੰਡਤ ਆ ਕੇ ਤੇ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦੇ ਨੇ ਵੀ ਸੱਚੇ ਪਾਤਸ਼ਾਹ, ਧਰਮ ਨਹੀਂ ਸਾਡਾ ਬਚਦਾ, ਸਾਡੀ ਮਦਦ ਕਰੋ, ਤੁਹਾਡੇ ਤੋਂ ਬਿਨਾਂ ਸਾਨੂੰ ਕੋਈ ਹੋਰ ਰਾਹ ਵੀ ਨਹੀਂ ਹੈ। ਔਰ ਅਸਲ ਦੇ ਵਿੱਚ ਜਿਹੜਾ ਪੰਡਿਤ ਕਿਰਪਾ ਰਾਮ ਸੀ, ਉਹ ਇਹਨਾਂ ਦਾ 16 ਪੰਡਤਾਂ ਦਾ ਮੁਖੀ ਸੀ। ਇਸ ਪੰਡਿਤ ਕਿਰਪਾ ਰਾਮ ਦਾ ਜਿਹੜਾ ਪੜਦਾਦਾ ਸੀ, ਉਹ ਸੀ ਪੰਡਿਤ ਬ੍ਰਹਮਦਾਸ। ਇਹ ਬ੍ਰਹਮਦਾਸ ਕਸ਼ਮੀਰ ਮਟਨ ਵਾਲਾ ਸੀ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜਿਹਦੀ ਗੋਸ਼ਟੀ ਹੋਈ ਸੀ। ਇਸ ਕਰਕੇ ਇਹ ਪਰਿਵਾਰ ਉਸ ਪਾਸੇ ਤੋਂ ਵੀ ਜੁੜਿਆ ਹੈ ਮਹਾਰਾਜ ਜੀ ਦੇ ਨਾਲ।
ਔਰ ਇਹ ਵੀ ਖਿਆਲ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬਚਪਨ ਦੇ ਵਿੱਚ ਪੜ੍ਹਾਉਣ ਵਾਲਾ ਇੱਕ ਕਿਰਪਾ ਰਾਮ ਪੰਡਿਤ ਹੀ ਸੀ, ਕੁਝ ਲਿਖਤਾਂ ਦੇ ਹਵਾਲੇ। ਹੁਣ ਇੱਥੋਂ ਜਿਹੜੀ ਅੱਗੇ ਗੱਲ ਆਉਂਦੀ ਹੈ, ਇਹ ਲਗਭਗ 25 ਮਈ ਤੇ 1675 ਦੀ ਘਟਨਾ ਹੈ, ਜਿਸ ਵੇਲੇ ਇਹ ਪੰਡਿਤ ਆਉਂਦੇ ਨੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਉਹ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਨਾਲ ਸੰਬੰਧਿਤ ਗੱਲ ਪੜ੍ਹਦੇ ਹੁੰਦੇ ਆ ਵੀ ਪੰਡਿਤ ਆ ਕੇ ਬੈਠੇ ਹੋਏ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੱਲਬਾਤ ਕਰਦੇ ਪਏ ਨੇ, ਤੇ ਉਸ ਗੱਲਬਾਤ ਦਾ ਮਾਹੌਲ ਸੁਭਾਵਿਕ ਦੀ ਗੱਲ ਹੈ ਕਿ ਬੜਾ ਗੰਭੀਰ ਹੋਵੇਗਾ। ਜੋ ਮੀਟਿੰਗ ਹੋ ਰਹੀ ਹੈ, ਬੜੀ ਗੰਭੀਰਤਾ ਦੇ ਵਿੱਚ ਗੱਲਬਾਤ ਚੱਲ ਰਹੀ ਹੋਵੇਗੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰੋਂ ਆ ਕੇ ਵੇਖਦੇ ਨੇ ਵੀ ਅੰਦਰ ਗੱਲਬਾਤ ਕੀ ਚੱਲਦੀ ਪਈ ਹੈ, ਤੇ ਸੱਚੇ ਪਾਤਸ਼ਾਹ ਨੂੰ ਪੁੱਛਦੇ ਨੇ ਵੀ ਇਹ ਕਿੱਧਰ ਆਏ ਨੇ, ਕਿਉਂਕਿ ਸੰਗਤ ਅਕਸਰ ਆਉਂਦੀ ਹੁੰਦੀ ਸੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੁੱਛਿਆ ਆਪਣੇ ਪਿਤਾ ਜੀ ਨੂੰ ਵੀ ਇਹ ਕਿਸ ਗੱਲ ਦੇ ਲਈ ਆਏ ਨੇ। ਵੈਸੇ ਸਾਡੀਆਂ ਲਿਖਤਾਂ 'ਚ ਇੱਦਾਂ ਵੀ ਬੋਲਿਆ ਜਾਂਦਾ, ਦੁਖੀ ਜੋ ਪੇਪਰ ਚੱਲ ਕੇ ਆਏ ਪੂਰੀ ਆਨੰਦ ਬਾਂਹ ਅਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ, ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਸਾਡੀ ਬਾਂਹ ਫੜੋ, ਅਸੀਂ ਦੁਖੀ ਹੋ ਕੇ ਤੇ ਤੁਹਾਡੇ ਕੋਲ ਆਏ ਹਾਂ। ਹੁਣ ਜਦੋਂ ਇਹਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਵੀ ਇਹਨਾਂ ਦੇ ਆਉਣ ਦਾ ਕਾਰਨ ਕੀ ਹੈ, ਮਹਾਰਾਜ ਕਹਿੰਦੇ ਵੀ ਔਰੰਗਜ਼ੇਬ ਦੇ ਜ਼ੁਲਮ ਇੰਨੇ ਵੱਧ ਗਏ ਨੇ ਵੀ ਉਹ ਕਿਸੇ ਦੂਸਰੇ ਨੂੰ ਵੇਖ ਕੇ ਤੇ ਹੁਣ ਸਿਖਾਉਂਦੇ ਨਹੀਂ ਨੇ, ਤੇ ਇਹ ਆਪਣੇ ਧਰਮ ਤੇ ਜਾਨ ਨੂੰ ਬਚਾਉਣ ਦੀ ਖਾਤਰ ਇੱਥੇ ਆਏ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਕੀ ਹੱਲ ਕੀਤਾ ਜਾਵੇ ਇਹਨਾਂ ਦਾ, ਕੀ ਹੱਲ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਫਿਰ ਜੇ ਕਿਸੇ ਦਾ ਧਰਮ ਬਚਾਉਣਾ ਹੈ ਤੇ ਧਾਰਮਿਕ ਬੰਦੇ ਨੂੰ ਤੇ ਅੱਗੇ ਆਉਣਾ ਹੀ ਪਏਗਾ ਨਾ। ਹੁਣ ਨਾਸਤਕ ਤੇ ਧਰਮ ਬਚਾਵੇਗਾ ਨਹੀਂ ਨਾ ਕਿਸੇ ਦਾ, ਜੇ ਧਰਮ ਬਚਾਉਣਾ ਹੈ ਫਿਰ ਧਾਰਮਿਕ ਬੰਦਾ ਹੀ ਧਰਮ ਬਚਾਵੇਗਾ ਨਾ। ਤੇ ਮਹਾਰਾਜ ਕਹਿੰਦੇ ਨੇ ਵੀ ਕਿਸੇ ਨਾ ਕਿਸੇ ਨੂੰ ਤੇ ਆਪਣਾ ਆਪਾ ਦੇਣਾ ਹੀ ਪਵੇਗਾ ਨਾ, ਕਿਸੇ ਸ਼ਖਸੀਅਤ ਨੂੰ ਤੇ ਕੁਰਬਾਨ ਹੋਣਾ ਹੀ ਪਵੇਗਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਤੁਹਾਡੇ ਤੋਂ ਵੱਡੀ ਸ਼ਖਸੀਅਤ ਕਿਹੜੀ ਹੈ। ਤੇ ਲਿਖਤਾਂ ਇਸ ਗੱਲ ਨੂੰ ਬੋਲਦੀਆਂ ਨੇ, ਕਹਿੰਦੇ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਗੱਲ ਬੋਲੀ ਸੀ ਨਾ ਵੀ ਤੁਹਾਡੇ ਤੋਂ ਵੱਡਾ ਕੌਣ ਹੈ ਜਿਹੜਾ ਕੁਰਬਾਨ ਹੋ ਸਕਦਾ, ਤੇ ਜਿਹੜੇ ਲਾਗੇ ਗੱਲ ਸੁਣਦੇ ਪਏ ਸੀ ਨਾ, ਉਹ ਇੱਕ ਵਾਰ ਉਹ ਹਿੱਲ ਗਏ ਵੀ ਇਹ ਕੀ ਕਹਿਤਾ ਮਹਾਰਾਜ ਨੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਦੇ ਨੇ ਵੀ ਤੁਹਾਨੂੰ ਪਤਾ ਤੁਸੀਂ ਕਿਹੜੀ ਗੱਲ ਕਹਿ ਰਹੇ ਜੀ, ਵੀ ਤੁਸੀਂ ਕੀ ਕਹਿ ਰਹੇ ਜੀ। ਤਾਂ ਕਹਿੰਦੇ ਹਾਂ ਮੈਨੂੰ ਪਤਾ ਮੈਂ ਕੀ ਕਹਿ ਰਿਹਾ। ਉਹ ਕਹਿੰਦੇ ਤੁਹਾਨੂੰ ਪਤਾ ਜੇ ਤੁਸੀਂ ਕਹਿ ਰਹੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੁਰਬਾਨੀ ਦੇ ਦੇਣ ਤੇ ਤੁਸੀਂ ਅਨਾਥ ਹੋ ਜਾਵੋਗੇ, ਤੁਹਾਡੇ ਸਿਰ ਤੋਂ ਪਿਤਾ ਦਾ ਸਾਇਆ ਚਲਾ ਜਾਵੇਗਾ। ਤੇ ਉੱਥੇ ਲਿਖਤ ਦਾ ਹਵਾਲਾ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਅਸੀਂ ਅਜੇ ਇਸ ਦੁਨੀਆ ਦੇ ਵਿੱਚ ਜਨਮ ਨਹੀਂ ਸੀ ਲਿਆ, ਅਕਾਲ ਪੁਰਖ ਵਾਹਿਗੁਰੂ ਨੇ ਉਦੋਂ ਵੀ ਰੱਖਿਆ ਕੀਤੀ ਹੈ ਸਾਡੀ। ਹੁਣ ਤੇ ਸੁੱਖ ਨਾਲ ਵੱਡੇ ਹੋ ਗਏ, ਹੁਣ ਕਿਉਂ ਨਹੀਂ ਰੱਖਿਆ ਕਰੇਗਾ, ਹੁਣ ਤੇ ਵੱਡੇ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਤਾ ਸੀ, ਕਿਉਂਕਿ ਇਹ ਬਚਪਨ ਦੇ ਵਿੱਚ ਇਸ ਪਾਸੇ ਦੀ ਟ੍ਰੇਨਿੰਗ ਕੀਤੀ ਜਾਂਦੀ ਸੀ ਗੁਰੂ ਘਰ ਦੇ ਵਿੱਚ, ਵੀ ਆਉਣ ਵਾਲੇ ਸਮੇਂ ਦੇ ਨਾਲ ਕਿੱਦਾਂ ਹੋਣਾ ਹੈ, ਕਿੱਦਾਂ ਵਿਚਰਨਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਸ ਮੀਟਿੰਗ ਦੇ ਵਿੱਚ ਇਸ ਗੱਲ ਦਾ ਫੈਸਲਾ ਲੈ ਲੈਂਦੇ ਨੇ। ਬ੍ਰਾਹਮਣਾਂ ਨੂੰ ਇਹ ਜਿਹੜੇ ਆਏ ਸੀ ਚੱਲ ਕੇ, ਉਹਨਾਂ ਨੂੰ ਇਸ ਗੱਲ ਦੇ ਬਾਰੇ ਕਹਿ ਦਿੱਤਾ ਜਾਂਦਾ ਹੈ ਵੀ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਇਸ ਗੱਲ ਨੂੰ ਕਹਿ ਦਿਓ ਵੀ ਸਾਰੇ ਜਿਹੜੇ ਬ੍ਰਾਹਮਣ ਨੇ ਸਾਡੇ ਪਿੱਛੇ ਲੱਗ ਕੇ ਮੁਸਲਮਾਨ ਬਣ ਜਾਣਗੇ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਸਲਾਮ ਧਾਰਨ ਕਰਵਾ ਲੈਂਦੇ ਜੀ। ਇਹ ਵੇਖਣ ਨੂੰ ਬੜੀ ਛੋਟੀ ਜੀ ਗੱਲ ਹੈ, 2 ਸਕਿੰਟਾਂ ਦੇ ਵਿੱਚ ਖਤਮ ਹੋ ਗਈ ਹੈ। ਹਿੰਦੁਸਤਾਨ ਦਾ ਪੂਰਾ ਧਰਮ ਉਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇੱਕ ਬੋਲ ਦੇ ਉੱਤੇ ਖੜਾ ਹੋਇਆ ਹੈ, ਇੱਕ ਬੋਲ ਦੇ ਉੱਤੇ। ਔਰ ਇਹਨੂੰ ਮਹਾਰਾਜ ਕਹਿੰਦੇ ਨੇ ਸੂਰਬੀਰ ਬਚਨ ਕੇ ਬਲੀ, ਵੀ ਸਾਧੂ ਦਾ ਬੋਲ ਕੀ ਹੁੰਦਾ, ਬਚਨ ਕਰ ਦਿੱਤਾ ਹੈ ਨਾ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਫਿਰ ਅੱਗੇ ਗੱਲ ਕੀਤੀ ਸੀ, ਭਾਈ ਜਿਨ੍ਹਾਂ ਦੇ ਨਾਲ ਬਚਨ ਕੀਤਾ ਹੋਵੇ ਨਾ, ਫਿਰ ਬਚਨ ਨਹੀਂ ਫੇਰੀਦਾ ਹੋਈਦਾ, ਫਿਰ ਉਸ ਬਚਨ ਦੇ ਉੱਤੇ ਰਹਿਣ ਦੇ ਲਈ ਭਾਵੇਂ ਜ਼ਿੰਦਗੀ ਵੀ ਦੇਣੀ ਪੈ ਜਾਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਪਰ ਇਹਨਾਂ ਦੇ ਨਾਲ ਅਸੀਂ ਬਚਨ ਕਰਦੇ ਹਾਂ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤੁਸੀਂ ਕਨਵਰਟ ਕਰ ਲੈਂਦੇ ਜੇ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਿੱਛੇ ਇਹ ਵੀ ਆਉਣ ਦੇ ਲਈ ਤਿਆਰ ਨੇ। ਹੁਣ ਇੱਕ ਹੋਰ ਪਾਸਾ, ਪੰਡਤਾਂ ਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਖਸੀਅਤ ਏਡੀ ਛੋਟੀ ਨਹੀਂ ਹੈ। ਜੇ ਸਤਿਗੁਰੂ ਜੀ ਆਪਣੇ ਪ੍ਰਾਣ ਤਿਆਗਦੇ ਵੀ ਨੇ, ਕੁਰਬਾਨੀ ਦਿੰਦੇ ਵੀ ਨੇ, ਇਸ ਕੁਰਬਾਨੀ ਦਾ ਉਲਟਾ ਅਸਰ ਮੁਗਲ ਸਲਤਨਤ ਦੇ ਉੱਤੇ ਪੈਣਾ ਹੈ। ਉਹਦਾ ਕਾਰਨ ਸੀ ਕਿਉਂਕਿ ਲੋਕ ਲਹਿਰ ਖੜੀ ਹੋ ਜਾਣੀ ਸੀ, ਔਰ ਹੋਈ ਵੀ ਹੈ। ਹੁਣ ਇਹ ਜਿਹੜੇ ਨੇ ਪੰਡਿਤ ਇੱਥੋਂ ਤੁਰਦੇ ਨੇ, ਦਿੱਲੀ ਪਹੁੰਚਦੇ ਨੇ, ਕਿਉਂਕਿ ਔਰੰਗਜ਼ੇਬ ਤੇ ਦਿੱਲੀ ਹੈ ਨਹੀਂ ਸੀ, ਉਹ ਤੇ ਹਸਨ ਅਬਦਾਲ ਦੇ ਵਿੱਚ ਸੀ। ਦਿੱਲੀ ਦਾ ਸੂਬੇਦਾਰ ਉਹਨੇ ਆਪਣੀ ਥਾਂ ਦੇ ਉੱਤੇ ਜਿਹੜਾ ਲਾਇਆ ਸੀ ਉਸ ਵੇਲੇ, ਉਹ ਜਿਹੜਾ ਹੈ ਉਹ ਸਫੀ ਖਾਨ ਲਾਇਆ ਹੋਇਆ ਹੈ। ਇਹਦੇ ਨਾਲ ਹੀ ਮੁਲਾਕਾਤ ਹੋਣੀ ਸੀ ਇਹਨਾਂ ਪੰਡਤਾਂ ਦੀ। ਹੁਣ ਦੂਜੇ ਨੰਬਰ ਦੇ ਉੱਤੇ ਜਦੋਂ ਇਹ ਵਫਦ, ਇਹ 25 ਮਈ ਦੀ ਘਟਨਾ ਦੀ ਗੱਲ ਅਸੀਂ ਕਰਦੇ ਪਏ ਹਾਂ, 1675 25 ਮਈ ਦੀ ਘਟਨਾ ਦਾ ਅਸੀਂ ਜ਼ਿਕਰ ਕਰਦੇ ਪਏ ਹਾਂ।
ਤੇ ਜਦੋਂ ਇਹਨਾਂ ਪੰਡਤਾਂ ਨੂੰ ਮਹਾਰਾਜ ਨੇ ਭਰੋਸਾ ਦਿੱਤਾ ਸੀ ਤੇ ਇਹ ਜਿਹੜਾ ਭਰੋਸਾ ਦਿੱਤਾ ਸੀ ਇਹਦੀ ਖਬਰ ਲਾਗੇ ਜਿਹੜੀਆਂ ਅਨੰਦਪੁਰ ਸਾਹਿਬ ਦੀਆਂ ਰਿਪੋਰਟ ਰੱਖਦੀਆਂ ਪਈਆਂ ਸੀ ਏਜੰਸੀਜ਼ ਜਾਂ ਇੱਦਾਂ ਕਹਿ ਲਓ ਥਾਵਾਂ ਜਿਹੜੀਆਂ ਰੱਖਦੀਆਂ ਪਈਆਂ ਸੀ, ਇਹਨਾਂ ਸਾਰਿਆਂ ਨੇ ਦੱਸਦਾ ਵੀ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪੰਡਤਾਂ ਦੀ ਵਕਾਲਤ ਕਰਦੇ ਪਏ ਨੇ। ਹੁਣ ਇਸ ਵਕਾਲਤ ਦੇ ਦੋਸ਼ ਦੇ ਵਿੱਚ ਕਹਿ ਲਓ ਜਾਂ ਇਸ ਜੁਰਮ ਦੇ ਵਿੱਚ ਕਹਿ ਲਓ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੁੰਦੇ ਨੇ। ਉਹਦੇ ਤੋਂ ਪਹਿਲਾਂ ਇੱਕ ਹੋਰ ਘਟਨਾ, 8 ਜੁਲਾਈ 1675 ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਰਸਮ ਕਰ ਦਿੱਤੀ ਜਾਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੱਲੋਂ। 8 ਜੁਲਾਈ ਦੀ ਇਹ ਘਟਨਾ ਹੈ। ਅਸੀਂ ਹੁਣ ਅਜੇ ਪਰਸੋਂ ਵੈਸੇ ਮਨਾ ਕੇ ਹਟੇ ਹਾਂ, ਪਰ ਇਹ 8 ਜੁਲਾਈ ਤੇ 1675 ਦੀ ਘਟਨਾ ਹੈ। ਗੁਰਤਾ ਗੱਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਿਰਾਜਮਾਨ ਕੀਤਾ ਜਾਂਦਾ ਹੈ। 10 ਜੁਲਾਈ 1675 ਨੂੰ, ਉਹ ਤੋਂ 2 ਦਿਨ ਬਾਅਦ ਮਹਾਰਾਜ ਜੀ ਅਨੰਦਪੁਰ ਦੇ ਵੱਲੋਂ ਆਪ ਤੁਰਦੇ ਨੇ। ਦਿੱਲੀ ਦੇ ਵਿੱਚ ਪਹੁੰਚਣ ਦੇ ਲਈ ਮਹਾਰਾਜ ਆਪ ਤੁਰਦੇ ਨੇ। ਇਸ ਅਸਥਾਨ ਦੇ ਉੱਤੇ ਅਜੇ ਸਤਿਗੁਰੂ ਜੀ ਅਨੰਦਪੁਰ ਛੱਡ ਕੇ ਕੀਰਤਪੁਰ ਪਹੁੰਚਦੇ ਨੇ ਤੇ ਮਲਕਪੁਰ ਰੰਗਣਾ ਇੱਥੇ ਲਾਗੇ ਪਿੰਡ ਹੈ। ਮਹਾਰਾਜ ਜੀ ਇਸ ਅਸਥਾਨ ਦੇ ਉੱਤੇ ਰਾਤ ਕੱਟਦੇ ਨੇ। 10 ਤੇ 11 ਵਾਲੀ ਜਿਹੜੀ ਸਵੇਰ ਹੈ, 10 ਤੇ 11 ਦੀ ਜਿਹੜੀ ਵਿਚਲੀ ਰਾਤ ਹੈ, ਉਹਦੇ ਤੋਂ ਅਗਲੀ ਜਿਹੜੀ ਸਵੇਰ ਹੈ 1665 ਦੀ, ਇਹਦੇ ਵਿੱਚ ਜੁਲਾਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਵੇਰ ਵੇਲੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਹ ਜਿਹੜੀ ਗ੍ਰਿਫਤਾਰੀ ਹੋਈ ਸੀ, ਇਹ ਹੋਈ ਇਸ ਕਰਕੇ ਸੀ ਵੀ ਇਹਨਾਂ ਨੇ ਪੰਡਤਾਂ ਨੂੰ ਭਰੋਸਾ ਦਿੱਤਾ ਹੈ ਤੇ ਦੂਜੇ ਨੰਬਰ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿੱਧਰ ਜਾਂਦੇ ਨੇ ਉੱਥੇ ਲੋਕ ਲਹਿਰ ਖੜੀ ਹੋ ਜਾਂਦੀ ਹੈ ਤੇ ਮਹਾਰਾਜ ਜਿਹੜੇ ਲੋਕ ਬਦਲਣੇ ਨੇ ਨਾ, ਉਹ ਔਖੇ ਹੋ ਜਾਂਦੇ ਨੇ, ਲੋਕ ਸਾਡੇ ਅੱਗੇ ਅੜ ਜਾਂਦੇ ਨੇ। ਨੂਰ ਮੁਹੰਮਦ ਰੋਪੜ ਦਾ ਥਾਣੇਦਾਰ ਹੈ, ਉਹ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਦਾ ਹੈ। ਮਲਕਪੁਰ ਰੰਗੜਾਂ ਦੇ ਵਿੱਚੋਂ ਮਹਾਰਾਜ ਜੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਇਹ ਲਗਭਗ ਜੁਲਾਈ ਦੀ ਘਟਨਾ ਹੈ, 10 ਜੁਲਾਈ 1665 ਦੀ। ਇੱਥੋਂ ਸਤਿਗੁਰੂ ਜੀ ਜਿਹੜੇ ਨੇ ਉਹ ਗ੍ਰਿਫਤਾਰ ਕਰਕੇ ਤੇ ਪਹਿਲਾਂ ਸਰਹੰਦ ਭੇਜੇ ਜਾਂਦੇ ਨੇ। ਸਰਹੰਦ ਦਾ ਸੂਬੇਦਾਰ ਉਸ ਵੇਲੇ ਦਿਲਾਵਰ ਖਾਨ ਹੈ। ਇੱਥੋਂ ਮਹਾਰਾਜ ਜੀ ਨੂੰ ਥੋੜ੍ਹੇ ਦਿਨ ਗ੍ਰਿਫਤਾਰ ਕਰਕੇ ਤੇ ਬਾਅਦ ਦੇ ਵਿੱਚ ਬਸੀ ਪਠਾਣਾ ਭੇਜ ਦਿੱਤਾ ਜਾਂਦਾ ਹੈ। ਇੱਥੇ ਉਸ ਵੇਲੇ ਕੈਦਖਾਨਾ ਹੁੰਦਾ ਸੀ ਔਰ ਵੱਖਰੀਆਂ ਵੱਖਰੀਆਂ ਲਿਖਤਾਂ ਦੇ ਵਿੱਚ ਇਹਦਾ ਜ਼ਿਕਰ ਇੱਦਾਂ ਮਿਲਦਾ ਹੈ ਵੀ ਪੌਣੇ 4 ਮਹੀਨੇ ਮਹਾਰਾਜ ਜੀ ਇਸ ਅਸਥਾਨ ਦੇ ਉੱਤੇ ਕੈਦ ਰਹੇ ਨੇ ਬਸੀ ਪਠਾਣਾ ਦੇ ਵਿੱਚ, ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਇੱਥੇ ਪੌਣੇ 4 ਮਹੀਨੇ ਕਿਉਂ ਰੁਕੇ, ਮਹਾਰਾਜ ਨੂੰ ਦਿੱਲੀ ਉਸ ਵੇਲੇ ਕਿਉਂ ਨਹੀਂ ਲਿਆਂਦਾ ਗਿਆ? ਉਹਦਾ ਕਾਰਨ ਇਹ ਲੱਭਿਆ ਜਾਂਦਾ ਹੈ ਵੀ ਔਰੰਗਜ਼ੇਬ ਉਸ ਵੇਲੇ ਪੰਜਾ ਸਾਹਿਬ ਸੀ ਤੇ ਉਹਦੇ ਕੋਲੋਂ ਉਹਨੂੰ ਮੈਸੇਜ ਪਹੁੰਚਾਉਣਾ ਸੀ ਪਹਿਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗ੍ਰਿਫਤਾਰ ਹੋ ਚੁੱਕੇ ਨੇ, ਤੇ ਉਹ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਨਾਲ ਕੀ ਵਰਤਾਅ ਕਰਨਾ ਹੈ, ਕੀ ਸਲੂਕ ਕਰਨਾ ਹੈ, ਉਹ ਉਹਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਹੁਣ ਉਹਦਾ ਜਦੋਂ ਮੈਸੇਜ ਇੱਧਰ ਵਾਪਸ ਪਹੁੰਚਦਾ ਹੈ ਤੇ ਇੱਥੋਂ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤੇ ਇਹਦੇ ਨਾਲ ਦਿਆਂ ਸਿੱਖਾਂ ਨੂੰ ਲਗਭਗ ਇਹ ਜਿਹੜੇ ਪੌਣੇ 4 ਮਹੀਨੇ ਦੀ ਕੈਦ ਤੋਂ ਬਾਅਦ ਲੋਹੇ ਦੇ ਪਿੰਜਰਿਆਂ ਦੇ ਵਿੱਚ ਪਾ ਕੇ ਤੇ ਦਿੱਲੀ ਲੈ ਆਂਦਾ ਜਾਂਦਾ। ਇਹ ਗੁਰੂ ਕੀਆਂ ਸਾਖੀਆਂ ਦਾ ਹਵਾਲਾ ਹੈ, ਇਸ ਕਰਕੇ ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ। ਔਰ ਇੱਥੇ ਲਿਆ ਕੇ ਜੋ ਚਾਂਦਨੀ ਚੌਂਕ ਦਾ ਅਸਥਾਨ ਹੈ, ਇਹ ਵਾਕਿਆ ਹੈ। ਇੱਥੇ ਮਹਾਰਾਜ ਜੀ ਨੂੰ ਕੋਤਵਾਲੀ ਦੇ ਵਿੱਚ ਨਾਲ ਦੇ ਸਿੱਖਾਂ ਦੇ ਨਾਲ ਰੱਖਿਆ ਜਾਂਦਾ ਹੈ। ਲਗਭਗ 3 ਨਵੰਬਰ 1675 ਨੂੰ ਮਹਾਰਾਜ ਜੀ ਇੱਥੇ ਪਹੁੰਚਦੇ ਨੇ ਕੈਦ ਦੇ ਰੂਪ ਦੇ ਵਿੱਚ ਆਪਣੇ ਬਾਕੀ ਦੇ ਸਿੱਖਾਂ ਦੇ ਨਾਲ। 3 ਨਵੰਬਰ ਤੇ 1675 ਨੂੰ ਪਹੁੰਚਦੇ ਨੇ। 4 ਨਵੰਬਰ ਨੂੰ ਮਹਾਰਾਜ ਜੀ ਦੀ ਪਹਿਲੀ ਮੁਲਾਕਾਤ ਜਿਹੜੀ ਹੈ ਨਾ, ਉਹ ਸਫੀ ਖਾਨ ਦੇ ਨਾਲ ਹੁੰਦੀ ਹੈ, ਜਿਹਨੂੰ ਔਰੰਗਜ਼ੇਬ ਆਪਣੀ ਥਾਂ ਦੇ ਉੱਤੇ ਬਿਠਾ ਕੇ ਗਿਆ ਹੈ। ਇਹ ਪਹਿਲੀ ਮੁਲਾਕਾਤ ਦਾ ਵੇਰਵਾ ਇੱਦਾਂ ਹੈ ਵੀ ਸਤਿਗੁਰੂ ਜੀ ਦੇ ਜਦੋਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਸਫੀ ਖਾਨ ਕਹਿੰਦੇ ਕਿ ਬੜੇ ਪਿਆਰ ਦੇ ਨਾਲ ਪੇਸ਼ ਹੋਇਆ ਸੀ ਮਹਾਰਾਜ ਦੇ ਨਾਲ, ਚਾਹੇ ਉਹਦੇ ਵਿੱਚ ਇੱਦਾਂ ਕਹਿ ਲਓ ਕੋਈ ਡਿਪਲੋਮੈਸੀ ਹੈ, ਕੋਈ ਨੀਤੀ ਹੋ ਸਕਦੀ ਹੈ। ਤੇ ਮਹਾਰਾਜ ਨੂੰ ਕਹਿੰਦਾ ਵੀ ਤੁਸੀਂ ਫਕੀਰ ਜੇ, ਇਲਾਕੇ ਦੇ ਵਿੱਚ ਮੰਨੇ ਪਰਮੰਨੇ ਜੇ, ਤੇ ਸਾਨੂੰ ਵੀ ਬਾਦਸ਼ਾਹ ਦੇ ਵਾਂਗੂ ਸ਼ੌਂਕ ਹੈ ਵੀ ਅਸੀਂ ਕਰਾਮਾਤ ਵੇਖਣੀ ਆ ਤੁਹਾਡੇ ਕੋਲੋਂ ਕੋਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇਹ ਕਹਿੰਦਾ ਵੀ ਵੇਖੋ, ਥੋੜ੍ਹੇ ਸਮੇਂ ਪਹਿਲਾਂ ਰਾਮ ਰਾਏ ਵੀ ਇੱਥੇ ਹੈ ਹੀ ਸੀ, ਕਿੰਨੀਆਂ ਕਰਾਮਾਤਾਂ ਵਿਖਾ ਕੇ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਸਮਾਂ ਉਹਦਾ ਸੀ, ਉਹਨੂੰ ਜੋ ਠੀਕ ਲੱਗਾ ਉਹਨੇ ਕੀਤਾ ਹੈ। ਗੁਰੂ ਘਰ ਦੇ ਵਿੱਚ ਕਰਾਮਾਤ ਦਾ ਕੋਈ ਸਬੰਧ ਹੈ ਹੀ ਨਹੀਂ, ਔਰ ਆਪਣੀ ਜਾਨ ਬਚਾਉਣ ਦੇ ਲਈ ਤਾਂ ਬਿਲਕੁਲ ਨਹੀਂ ਵਿਖਾਈ ਜਾਵੇਗੀ ਵੀ ਆਪਣੀ ਜਾਨ ਬਚਾਉਣ ਦੀ ਖਾਤਰ ਅਸੀਂ ਜਾਦੂਗਰੀ ਕਰਦੇ ਫਿਰੀਏ। ਮਹਾਰਾਜ ਕਹਿੰਦੇ ਕਰਾਮਾਤ ਗੁਰੂ ਨਾਨਕ ਦੇ ਘਰ ਦੇ ਵਿੱਚ ਕਹਿਰ ਦਾ ਨਾਮ ਹੈ, ਮਹਾਰਾਜ ਨੇ ਮਨਾ ਕਰ ਦਿੱਤਾ।
ਹੁਣ ਇਹਦੇ ਲਾਗੇ ਹੀ ਜਾਦੂਨਾਥ ਸਰਕਾਰ ਦਾ ਵੈਸੇ ਹਵਾਲਾ ਹੈ ਵੀ ਅਬਦੁਲ ਵਹਾਬ ਵੋਹਰਾ ਜਿਹੜਾ ਹੈ ਉਹ ਕਾਜੀ ਸੀ। ਜਿੰਨੀ ਨਿਆਂ ਪ੍ਰਣਾਲੀ ਸੀ ਸਾਰੀ ਇਹਦੇ ਅਧੀਨ ਚੱਲਦੀ ਸੀ। ਜੋ ਨਿਆਂ ਹੋਣਾ ਹੈ ਉਹ ਇਹਦੇ ਅਧੀਨ ਹੀ ਹੋਣਾ। ਔਰ ਜਿਹੜਾ ਹੈ ਹੀ ਕਾਜੀ ਸੀ ਉਹ ਖਿਜਿਆ ਪਿਆ ਸੀ ਵੀ ਮਹਾਰਾਜ ਜਿੱਧਰ ਜਾਂਦੇ ਨੇ ਅਸੀਂ ਜ਼ੋਰ ਲਾਉਂਦੇ ਰਹਿੰਦੇ ਹਾਂ ਵੀ ਲੋਕੀ ਕਨਵਰਟ ਹੋ ਜਾਣ। ਮਹਾਰਾਜ ਇੱਕ ਵਾਰ ਨਿਕਲਦੇ ਨੇ ਲੋਕੀ ਸਾਰੇ ਹਟ ਜਾਂਦੇ ਨੇ। ਕਿਉਂਕਿ ਪਬਲਿਕ ਦਾ ਮਾਈਂਡ ਜਿਹੜਾ ਚੇਂਜ ਕਰਨਾ ਨਾ, ਇੱਕ ਹੁੰਦਾ ਕਿਰਪਾਨ ਦੇ ਨਾਲ ਮਾਈਂਡ ਚੇਂਜ ਕਰਨਾ, ਇੱਕ ਹੁੰਦਾ ਵੀ ਮਹਾਰਾਜ ਵਿੱਚੋਂ ਦੀ ਨਿਕਲ ਜਾਂਦੇ ਨੇ ਸਾਰੇ ਬਦਲ ਜਾਂਦੇ ਨੇ। ਉਹ ਦਿੱਕਤ ਆਉਂਦੀ ਸੀ ਉਹਨਾਂ ਨੂੰ ਇਸ ਗੱਲ ਦੀ। ਉਹ ਮਹਾਰਾਜ ਤੋਂ ਦਿਲ ਦੇ ਵਿੱਚੋਂ ਈਰਖਾ ਰੱਖਦਾ ਸੀ ਜਿਹੜਾ ਇਹ ਕਾਜੀ ਸੀ। ਇਹ ਉੱਥੇ ਬੋਲਿਆ ਵੀ ਵੇਖ, ਸਫੀ ਖਾਨ ਨੂੰ ਬੋਲਦਾ ਵੀ ਪਹਿਲੀ ਗੱਲ ਤੇ ਇਹਨਾਂ ਨੂੰ ਇਸ ਕਰਕੇ ਕੈਦ ਦੇ ਵਿੱਚ ਲਿਆਂਦਾ ਗਿਆ ਹੈ, ਮੁਕੱਦਮਾ ਇਹਨਾਂ ਦੇ ਉੱਤੇ ਇਹ ਚੱਲਦਾ ਪਿਆ ਹੈ ਵੀ ਇਹਨਾਂ ਨੇ ਪੰਡਤਾਂ ਦੀ ਮਦਦ ਕੀਤੀ ਹੈ। ਮਤਲਬ ਇਸਲਾਮ ਦੇ ਵਾਧੇ ਦੇ ਵਿੱਚ ਰੁਕਾਵਟ ਬਣੇ ਨੇ। ਇਹ ਧਾਰਮਿਕ ਕਾਰਨ ਬਣ ਗਿਆ। ਮਹਾਰਾਜ ਜੀ ਦੇ ਉੱਤੇ ਇੱਕ ਦੋਸ਼ ਲੱਗ ਗਿਆ ਵੀ ਇਹ ਇਸਲਾਮ ਦੇ ਵਾਧੇ ਦੇ ਵਿੱਚ ਰੁਕਾਵਟ ਬਣੇ ਨੇ। ਦੂਜੇ ਨੰਬਰ ਦੇ ਉੱਤੇ ਇਹ ਗੈਰ ਮੁਸਲਮਾਨ ਪੀਰ ਨੇ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਬੜਾ ਜ਼ਿਆਦਾ ਪ੍ਰਭਾਵ ਹੈ। ਜੇ ਇਹਨਾਂ ਦੇ ਨਾਲ ਤੁਸੀਂ ਸਖਤੀ ਨਹੀਂ ਕਰਦੇ ਤਾਂ ਲੋਕੀ ਇਹਨਾਂ ਦੇ ਅਧੀਨ ਹੋਣਗੇ। ਜੇ ਇਹਨਾਂ ਦੇ ਅਧੀਨ ਹੋਣਗੇ ਤਾਂ ਸਾਡੇ ਵੱਲ ਨਹੀਂ ਜਾਣਗੇ। ਉਹ ਦਿੱਕਤ ਹੈ। ਉਹ ਆਪਣਾ ਪੱਖ ਉੱਥੇ ਪੇਸ਼ ਕਰਦਾ ਪਿਆ ਹੈ। ਤੇ ਹੋਇਆ ਕਿ ਪਹਿਲੇ ਦਿਨ ਦੀ ਇਹ ਮੁਲਾਕਾਤ ਉੱਥੇ ਖਤਮ ਹੋ ਜਾਂਦੀ ਹੈ। ਦੂਜੇ ਦਿਨ ਫਿਰ 5 ਤਰੀਕ ਦੀ ਇਹ ਮੁਲਾਕਾਤ ਹੈ, 5 ਨਵੰਬਰ ਤੇ 1675 ਦੀ। ਇਹ ਦੂਜੇ ਦਿਨ ਦੀ ਮੁਲਾਕਾਤ ਸਫੀ ਖਾਨ ਦੇ ਜਦੋਂ ਸਾਹਮਣੇ ਹੁੰਦੀ ਹੈ ਤੇ ਮਹਾਰਾਜ ਜੀ ਦੇ ਸਾਹਮਣੇ ਉਹ ਫਿਰ ਗੱਲ ਰੱਖਦਾ ਹੈ ਵੀ ਤੁਹਾਨੂੰ ਅਸੀਂ ਕਰਾਮਾਤ ਵਿਖਾਉਣ ਦੇ ਬਾਰੇ ਕਿਹਾ ਹੈ। ਕਿਉਂਕਿ ਮੁਸਲਮਾਨਾਂ ਨੂੰ ਉਹਨਾਂ ਨੂੰ ਬੜੀ ਆਦਤ ਹੁੰਦੀ ਸੀ ਵੀ ਅਸੀਂ ਜਾਦੂਗਰੀਆਂ ਵੇਖੀਏ। ਤੁਹਾਨੂੰ ਅਸੀਂ ਕਰਾਮਾਤ ਵਿਖਾਉਣ ਦੇ ਲਈ ਕਿਹਾ ਹੈ ਪਰ ਤੁਸੀਂ ਮੰਨੇ ਨਹੀਂ। ਹੁਣ ਤੁਹਾਡੇ ਸਾਹਮਣੇ 2 ਆਪਸ਼ਨਸ ਹੋਰ ਨੇ, ਜਾਂ ਤੁਸੀਂ ਇਸਲਾਮ ਦੇ ਵਿੱਚ ਆ ਜਾਓ ਤੇ ਜੇ ਇਸ ਪਾਸੇ ਨਹੀਂ ਆਉਂਦੇ ਤੇ ਫਿਰ ਤੁਸੀਂ ਜਿਹੜਾ ਹੈ ਉਹ ਤੁਹਾਨੂੰ ਆਪਣੀ ਜ਼ਿੰਦਗੀ ਦੇਣੀ ਪਵੇਗੀ, ਤੁਹਾਨੂੰ ਜਾਨ ਕੁਰਬਾਨ ਕਰਨੀ ਪਵੇਗੀ। ਇਹ ਤੁਹਾਡੇ ਉੱਤੇ ਆ ਵੀ ਤੁਸੀਂ ਤਿੰਨਾਂ ਦੇ ਵਿੱਚੋਂ ਕਿਹਨੂੰ ਚੁਣਨਾ ਹੈ। ਹੁਣ ਇਸ ਨੂੰ ਵੇਖਿਓ, ਮਹਾਰਾਜ ਦੇ ਸਾਹਮਣੇ ਜ਼ਿੰਦਗੀ ਵੀ ਹੈ। ਇਹ ਨਹੀਂ ਵੀ ਸਿਰਫ ਇੱਕੋ ਹੀ ਆਪਸ਼ਨ ਹੈ ਵੀ ਜ਼ਿੰਦਗੀ ਹੈ ਹੀ ਨਹੀਂ। ਸ਼ਹੀਦ ਉਹਨੂੰ ਮੰਨਿਆ ਜਾਂਦਾ ਹੈ ਜਿਹਦੇ ਸਾਹਮਣੇ ਦੋਵੇਂ ਆਪਸ਼ਨਸ ਹੋਣ ਤੇ ਉਸ ਆਪਸ਼ਨ ਦੇ ਵਿੱਚੋਂ ਉਹ ਆਪਣੀ ਜ਼ਿੰਦਗੀ ਨੂੰ ਚੁਣ ਲਵੇ ਵੀ ਮੈਂ ਪ੍ਰਾਣ ਦੇਣੇ ਤੇ ਮੰਨਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਮੈਂ ਲੰਮੀ ਉਮਰ ਹੋਰ ਜੀਣੀ ਚਾਹੁੰਦਾ। ਆਪਸ਼ਨ ਨੇ ਮਹਾਰਾਜ ਦੇ ਸਾਹਮਣੇ। ਸ਼ਹੀਦ ਉਹਨੂੰ ਮੰਨਿਆ ਜਾਂਦਾ ਹੈ। ਇਹ ਨਹੀਂ ਵੀ ਹਰ ਕੋਈ ਸ਼ਹੀਦ ਹੋ ਗਿਆ, ਨਹੀਂ। ਸ਼ਹੀਦ ਉਹ ਹੈ ਜਿਹਦੇ ਸਾਹਮਣੇ ਜ਼ਿੰਦਗੀ ਜੀਣ ਦਾ ਮੌਕਾ ਸੀ ਪਰ ਉਹਨੇ ਫਿਰ ਵੀ ਚੁਣ ਲਿਆ ਹੈ ਵੀ ਹਾਂ ਠੀਕ ਹੈ, ਮੈਂ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਤਿਆਰ ਹਾਂ। ਮਹਾਰਾਜ ਦੇ ਸਾਹਮਣੇ 3 ਆਪਸ਼ਨਸ ਨੇ, ਤੁਹਾਡੇ ਸਾਹਮਣੇ ਨੇ ਵੀ ਜਾਂ ਕਰਾਮਾਤ ਵਿਖਾ ਦਿਓ, ਜਾਂ ਉਹ ਸਤਿਗੁਰੂ ਨੂੰ ਕਹਿੰਦੇ ਨੇ ਵੀ ਤੁਸੀਂ ਇਸਲਾਮ ਦੇ ਵਿੱਚ ਆ ਜਾਓ, ਤੇ ਜਾਂ ਮਹਾਰਾਜ ਨੂੰ ਕਹਿੰਦੇ ਸੀ ਵੀ ਤੁਹਾਡੇ ਸਾਹਮਣੇ ਵੀ ਤੁਹਾਡੀ ਜ਼ਿੰਦਗੀ ਖਤਮ ਕਰ ਦਿੱਤੀ ਜਾਵੇਗੀ। ਇਹ ਮਹਾਰਾਜ ਕਹਿੰਦੇ ਵੀ ਸਾਨੂੰ ਤੀਜਾ ਜਿਹੜਾ ਤੁਹਾਡਾ ਮਸਲਾ ਹੈ ਨਾ ਉਹ ਮਨਜ਼ੂਰ ਹੈ ਸਾਨੂੰ। ਹੁਣ ਇੱਥੋਂ ਇੱਕ ਗੱਲ ਵਾਪਰਦੀ ਹੈ। ਇਹ 5 ਦੀ ਮੁਲਾਕਾਤ ਹੈ। ਇਹ ਮੁਲਾਕਾਤ ਖਤਮ ਹੁੰਦੀ ਹੈ 6 ਤਰੀਕ ਨੂੰ। ਇਹ ਜਿਹੜਾ ਕਾਜੀ ਹੈ ਅਬਦੁਲ ਵਹਾਬ ਹੈ, ਇਹ ਖੁਦ ਕੋਤਵਾਲੀ ਦੇ ਵਿੱਚ ਜਾਂਦਾ ਜਿੱਥੇ ਮਹਾਰਾਜ ਨੂੰ ਰੱਖਿਆ ਗਿਆ ਸੀ, ਕਿਉਂਕਿ ਇਹਦਾ ਹੁਕਮ ਚੱਲਦਾ ਸੀ ਸਾਰੇ ਪਾਸੇ। ਇਹ ਆਪ ਜਾ ਕੇ ਵੇਖਣ ਜਾਂਦਾ ਤੇ ਉੱਥੋਂ ਦਾ ਜਿਹੜਾ ਇਹਨਾਂ ਕਹਿ ਲਓ ਵੀ ਜੇਲਰ ਹੈ ਉਸ ਵੇਲੇ ਦਾ, ਉਹਨੂੰ ਸਪੈਸ਼ਲ ਕਮਾਂਡ ਕਰਕੇ ਆਉਂਦਾ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਇੱਥੇ ਤਸੀਹੇ ਦੇਣੇ ਨੇ ਤਾਂ ਕਿ ਇਹ ਕਨਵਰਟ ਹੋ ਜਾਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਗੱਲ ਇਹ ਨਹੀਂ ਹੈ ਖਤਮ ਹੋ ਜਾਣ ਦੇ ਨਾਲੋਂ ਉਹਨਾਂ ਨੂੰ ਜ਼ਿਆਦਾ ਇਸ ਗੱਲ ਦੀ ਜਿੱਦ ਸੀ ਵੀ ਮਹਾਰਾਜ ਬਦਲ ਗਏ ਤੇ ਪਿੱਛੇ ਹਿੰਦੁਸਤਾਨ ਬਦਲਣਾ ਔਖਾ ਨਹੀਂ ਹੈ ਸਾਡੇ ਲਈ। ਇਸ ਕਰਕੇ ਜ਼ਿੰਦਗੀ ਲੈਣਾ ਨਹੀਂ ਉਹਨਾਂ ਲਈ ਔਖਾ ਨਹੀਂ ਸੀ, ਪਰ ਉਹ ਕਸ਼ਟ ਇਸ ਕਰਕੇ ਦੇ ਰਹੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬਦਲ ਲੈਣਗੇ। ਉੱਥੇ ਜੇਲਰ ਦੇ ਕੋਲ ਜਾਂਦਾ, ਭੁੱਖਾ ਰੱਖਿਆ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ ਕਸ਼ਟ ਦਿੱਤੇ ਜਾਣ ਵੀ ਇਹ ਜਿਹੜੇ ਸਿੱਖ ਨੇ ਤੇ ਸਤਿਗੁਰੂ ਨੇ ਇਹ ਮੰਨ ਜਾਣ ਵੀ ਜਿੱਦਾਂ ਤੁਸੀਂ ਕਹਿੰਦੇ ਜੇ ਅਸੀਂ ਤੁਹਾਡੇ ਲਈ ਤੁਹਾਡੇ ਆਖੇ ਲੱਗਣ ਦੇ ਲਈ ਤਿਆਰ ਹਾਂ। 6 ਤਰੀਕ ਨੂੰ, 7 ਤਰੀਕ ਨੂੰ ਤੇ 8 ਤਰੀਕ ਨੂੰ, ਅੱਗੇ 9 ਤਰੀਕ ਨੂੰ ਵੀ ਇਹ ਰੋਜ਼ ਫੇਰਾ ਮਾਰਨ ਜਾਂਦਾ ਸੀ ਇਹ ਕਾਜ਼ੀ ਜਿਹੜਾ ਸੀ। ਔਰ ਗੁਰੂ ਕੀਆਂ ਸਾਖੀਆਂ ਦਾ ਹੀ ਹਵਾਲਾ ਹੈ ਵੀ ਇਸ ਥਾਂ ਦੇ ਉੱਤੇ ਵੀ, ਕੋਤਵਾਲੀ ਦੇ ਅੰਦਰ ਵੀ ਮਹਾਰਾਜ ਦੇ ਸਰੀਰ ਦੇ ਉੱਤੇ ਜਿਹੜੀ ਹੈ ਉਹ ਗਰਮ ਰੇਤ ਪਾਈ ਗਈ ਹੈ ਜਦੋਂ ਮਹਾਰਾਜ ਨੂੰ ਸਜ਼ਾ ਦਿੱਤੀ ਗਈ ਹੈ ਕੋਤਵਾਲੀ ਦੇ ਵਿੱਚ, ਔਰ ਭੁੱਖੇ ਰੱਖਿਆ ਹੈ। ਦੂਜੇ ਨੰਬਰ ਦੇ ਉੱਤੇ ਰੇਤ ਪਾਉਣ ਦੇ ਕਰਕੇ ਸਤਿਗੁਰੂ ਦੇ ਸਰੀਰ ਦੇ ਉੱਤੇ ਜਿਹੜੇ ਨੇ ਉਹ ਛਾਲੇ ਪੈ ਗਏ ਨੇ। ਇਸ ਤੋਂ ਇਲਾਵਾ ਫਿਰ ਜਿਹੜੀ 10 ਨਵੰਬਰ 1675 ਦੀ ਘਟਨਾ ਦਾ ਜ਼ਿਕਰ ਆਉਂਦਾ ਵੀ ਇੱਕ ਥੰਮ ਗਰਮ ਕਰਕੇ, ਪਿੱਲਰ ਜਿਹੜਾ ਹੁੰਦਾ ਉਹਨੂੰ ਗਰਮ ਕਰਕੇ ਤੇ ਮਹਾਰਾਜ ਜੀ ਦਾ ਸਰੀਰ ਉਹਦੇ ਨਾਲ ਜਿਹੜਾ ਸੀ ਉਹ ਜੋੜਿਆ ਗਿਆ ਸੀ। ਇਸ ਪਾਸੇ ਤੋਂ ਕਸ਼ਟ ਦਿੱਤੇ ਗਏ ਸਤਿਗੁਰੂ ਜੀ ਨੂੰ। ਫਿਰ 11 ਨਵੰਬਰ ਤੇ 1675 ਦਾ ਦਿਨ ਆ ਜਾਂਦਾ ਹੈ ਜਿਹੜਾ ਮਹਾਰਾਜ ਜੀ ਦੀ ਸ਼ਹਾਦਤ ਦਾ ਤੇ ਇਹਨਾਂ ਸਿੱਖਾਂ ਦੀ ਸ਼ਹਾਦਤ ਦਾ ਦਿਨ ਬਣਦਾ ਹੈ। ਉਹਦਾ ਕਿਉਂਕਿ ਉਹਨੇ ਆਪਣਾ ਪੈਟਰਨ ਚੇਂਜ ਕਰ ਲਿਆ,
ਕਾਜ਼ੀ ਨੇ ਉਹਨੇ ਇਹ ਸੋਚਿਆ ਵੀ ਗੁਰੂ ਸਾਹਿਬ ਦੇ ਨਾਲੋਂ ਪਹਿਲਾਂ ਜਿਹੜੇ ਬਾਕੀ ਸਿੱਖ ਨੇ ਇਹਨਾਂ ਨੂੰ ਜੇ ਮੈਂ ਖ਼ਤਮ ਕਰਦਾ ਹਾਂ ਤੇ ਸ਼ਾਇਦ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮਨ ਬਦਲ ਜਾਵੇ। ਪਰ ਅਸਲ ਦੇ ਵਿੱਚ ਹੋਇਆ ਕੀ ਸੀ, ਉਹ ਜਿਹੜੇ ਸਿੱਖ ਸੀ ਉਹ ਵੀ ਮਹਾਰਾਜ ਦੇ ਅੱਗੇ ਕੁਰਬਾਨ ਹੋਣ ਦੇ ਲਈ ਤਿਆਰ, ਤੇ ਸਤਿਗੁਰੂ ਜਿਹੜਾ ਹੈ ਹੀ ਸਤਿਗੁਰੂ ਹੈ, ਜਿਹਦੇ ਸਿੱਖ ਨਹੀਂ ਡੋਲਦੇ ਉਹ ਸਤਿਗੁਰੂ ਕਿਸੇ ਲੈਵਲ ਦੇ ਉੱਤੇ ਜਿੰਦੇ ਹੋਣਗੇ ਨਾ। ਇਸ ਕਰਕੇ ਸਭ ਤੋਂ ਪਹਿਲਾਂ ਇਹ ਜਿਹੜਾ ਫਤਵਾ ਸੀ ਇਹਨਾਂ 3 ਸਿੱਖਾਂ ਦੇ ਉੱਤੇ ਲਾਇਆ ਗਿਆ ਵੀ ਇਹਨਾਂ 3 ਸਿੱਖਾਂ ਨੂੰ ਸ਼ਹੀਦ ਕੀਤਾ ਜਾਵੇ। ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਮੈਂ ਇਸ ਗੱਲ ਨੂੰ ਇਸ ਕਰਕੇ ਕਹਿ ਰਿਹਾ ਹਾਂ, ਚਲੋ ਸਾਡਾ ਸਮਾਂ ਵੀ ਨੇੜੇ ਹੋ ਜਾਵੇਗਾ, ਕਿੱਡਾ ਸੌਖਾ ਹੈ ਨਾ ਇਸ ਗੱਲ ਨੂੰ ਬੋਲ ਕੇ ਲੰਘ ਜਾਣਾ ਵੀ ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਕੇ ਤੇ ਸ਼ਹੀਦ ਕਰ ਦਿੱਤਾ ਗਿਆ। 5 ਸੈਕਿੰਡ ਲੱਗੇ ਨੇ, 2 ਸੈਕਿੰਡ ਕਿਤੇ ਗਰਮ ਪਾਣੀ 'ਚ ਹੱਥ ਪੈ ਜੇ ਨਾ, ਅਸੀਂ 10 ਦਿਨ ਵੇਖਿਓ ਕਿੱਦਾਂ ਪੇਸਟਾਂ ਲਾ ਕੇ ਰੱਖਦੇ ਵੀ ਹੱਥ ਸੜ ਗਿਆ, ਹੱਥ ਸੜ ਗਿਆ। ਤੇ ਉਸ ਸਿੱਖ ਦੇ ਵੱਲ ਸੋਚ ਕੇ ਵੇਖੋ ਜਿਹਨੂੰ ਦੇਗ ਦੇ ਵਿੱਚ ਪਾ ਕੇ ਤੇ ਰਿੱਝਦੇ ਪਾਣੀ ਦੇ ਵਿੱਚ ਖਤਮ ਕਰ ਦਿੱਤਾ ਗਿਆ। ਵੇਖਣ ਨੂੰ ਸੌਖਾ ਲੱਗਦਾ ਹੈ, ਮਤਲਬ ਵੀ ਕੋਈ ਗੱਲ ਨਹੀਂ, ਅਸਲ ਦੇ ਵਿੱਚ ਜਿਹੜੇ ਉੱਥੇ ਵੇਖਦੇ ਪਏ ਸੀ ਨਾ, ਇਹ ਇੱਦਾਂ ਦੀ ਸ਼ਹੀਦੀ ਹੈ, ਜਿਨ੍ਹਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਉਹਨਾਂ ਨੂੰ ਦਰਦ ਨਹੀਂ ਹੋ ਰਿਹਾ, ਜਿਹੜੇ ਵੇਖਦੇ ਪਏ ਨੇ ਉਹਨਾਂ ਨੂੰ ਜ਼ਿਆਦਾ ਦਰਦ ਹੋ ਰਿਹਾ ਹੈ। ਜਿੱਥੇ ਮਨੁੱਖਤਾ ਰੋਂਦੀ ਹੈ, ਭਾਈ ਦਿਆਲਾ ਜੀ ਉਹਨਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਤੇ ਸ਼ਹੀਦ ਕੀਤਾ ਗਿਆ। ਬਾਅਦ ਦੇ ਵਿੱਚ ਭਾਈ ਮਤੀ ਦਾਸ ਜੀ ਆਰੇ ਦੇ ਨਾਲ ਚੀਰ ਕੇ ਸਿਰ ਤੋਂ ਆਰਾ ਜਿਹੜਾ ਚੱਲਦਾ ਹੈ ਤੇ ਸਰੀਰ ਨੂੰ 2 ਫਾੜ ਕਰ ਜਾਂਦਾ ਹੈ। ਮੈਂ ਇਸ ਕਰਕੇ ਕਹਿ ਰਿਹਾ ਹਾਂ ਆਪ ਜੀ ਦੇ ਨਾਲ, ਵੇਖੋ ਹੈ ਤੇ ਇਤਿਹਾਸ ਦੀਆਂ ਘਟਨਾਵਾਂ ਹੀ ਨੇ ਨਾ, ਪਰ ਇਹਨਾਂ 3 ਸਿੱਖਾਂ ਨੇ ਉਹ ਕੰਮ ਕੀਤਾ ਹੈ ਵੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਇਹਨਾਂ 3 ਸਿੱਖਾਂ ਦੇ ਸਿਰ ਦੇ ਉੱਤੇ, ਇਹ ਸ਼ਹੀਦੀਆਂ ਦੀ ਇੱਥੇ ਸ਼ੁਰੂਆਤ ਹੋ ਜਾਂਦੀ ਹੈ। ਇਹਨਾਂ 3 ਸਿੱਖਾਂ ਨੇ ਬਾਅਦ ਦੇ ਵਿੱਚ ਐਸੇ ਦਿੱਲੀ ਦੇ ਵਿੱਚ ਜਿੱਥੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਐਸੇ ਦਿੱਲੀ ਨੂੰ ਲਗਭਗ 17-18 ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਨੇ ਦਿੱਤੇ। ਉਹ ਇਹਨਾਂ 3 ਸਿੱਖਾਂ ਦੀਆਂ ਮਿਹਰਬਾਨੀਆਂ ਨੇ, ਇਹ ਇਹਨਾਂ 3 ਸਿੱਖਾਂ ਦਾ ਪ੍ਰਭਾਵ ਸੀ ਸਿੱਖਾਂ ਦੇ ਉੱਤੇ। ਆਰੇ ਦੇ ਨਾਲ ਚੀਰਿਆ ਗਿਆ ਭਾਈ ਮਤੀ ਦਾਸ ਜੀ ਨੂੰ, ਔਰ ਭਾਈ ਸਤੀ ਦਾਸ ਜੀ ਨੂੰ ਰੂੰ ਦੇ ਨਾਲ ਸਾਰੀ ਬਾਡੀ ਦੇ ਉੱਤੇ, ਸਰੀਰ ਦੇ ਉੱਤੇ ਰੂੰ ਬੰਨ੍ਹ ਕੇ ਤੇ ਅੱਗ ਲਾ ਕੇ ਤੇ ਜਿਉਂਦਿਆਂ ਸਾੜ ਦਿੱਤਾ ਗਿਆ ਸੀ। ਇਹਨਾਂ 3 ਸਿੱਖਾਂ ਨੂੰ ਇੱਦਾਂ ਸ਼ਹੀਦ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉੱਤੇ ਜਿਹੜਾ ਫਤਵਾ ਲੱਗਾ ਸੀ ਉਹ ਇਹ ਸੀ ਵੀ ਇਹਨਾਂ ਦਾ ਸਿਰ ਧੜ ਦੇ ਉੱਤੋਂ ਅਲੱਗ ਕਰ ਦਿੱਤਾ ਜਾਵੇ। ਹੁਣ ਜਲਾਲਦੀਨ ਗਾਜੀ ਜਿਹੜਾ ਹੈ, ਉਹ ਜਲਾਦ ਦਾ ਨਾਮ ਹੈ, ਉਹਨੇ ਇਹ ਜਿਹੜੀ ਹੈ ਉਹ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਕੀਤੀ ਹੈ ਵੀ ਮੈਂ ਇਹ ਕੰਮ ਕਰਾਂਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਅਸਥਾਨ ਸੀਸਗੰਜ ਸਾਹਿਬ ਹੁਣ ਬਣਿਆ ਹੋਇਆ ਹੈ, ਇਸ ਅਸਥਾਨ ਦੇ ਉੱਤੇ ਮਹਾਰਾਜ ਜੀ ਦਾ ਜਿਹੜਾ ਸਿਰ ਹੈ ਉਹ ਧੜ ਦੇ ਨਾਲੋਂ ਅਲੱਗ ਕੀਤਾ ਗਿਆ। ਸੱਚੇ ਪਾਤਸ਼ਾਹ ਜੀ ਦੇ ਨਾਲ ਇਹ 3 ਸਿੱਖ ਸ਼ਹੀਦ ਕੀਤੇ ਗਏ ਨੇ। ਮੈਂ 1-2 ਬੇਨਤੀਆਂ ਕਰਕੇ ਤੇ ਸਮਾਪਤੀ ਕਰ ਦੇਵਾਂਗਾ। ਥੋੜ੍ਹਾ ਜਿਹਾ ਹੋਰ ਸਮਾਂ ਆਪ ਜੀ ਬੈਠੋ, ਜੇ ਮਹਾਰਾਜ ਜੀ ਆਪ ਜੀ ਨੂੰ ਪਿਆਰ ਦੇਣ ਤੇ। ਮਹਿੰਦਰ ਸਿੰਘ ਜੋਸ਼ ਇਸ ਗੱਲ ਨੂੰ ਲਿਖਦੇ ਨੇ ਵੀ ਮਹਾਰਾਜ ਦੀ ਜਿਹੜੀ ਸ਼ਹੀਦੀ ਹੈ ਨਾ, ਉਹ ਦੁਨੀਆ ਨਾਲੋਂ ਵੱਖਰੀ ਹੈ। ਵੈਸੇ ਅਸੀਂ ਰੋਜ਼ ਵੀ ਪੜ੍ਹਦੇ ਹਾਂ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਰ ਗਏ ਨੇ ਨਾ, ਕਿਸੇ ਹੋਰ ਨੇ ਨਹੀਂ ਕੀਤਾ। ਔਰ ਉਹਦਾ ਕਾਰਨ ਇਹ ਬਣਦਾ ਹੈ ਕਿ ਜਨੇਊ ਜਿਹੜਾ ਹੈ ਸਾਡਾ ਧਰਮ ਤੇ ਨਹੀਂ ਹੈ ਵੀ ਕਦੀ ਸਿੱਖਾਂ ਨੇ ਜਨੇਊ ਪਾਇਆ ਹੋਵੇ। ਪਹਿਲੇ ਜਾਮੇ ਦੇ ਵਿੱਚ ਮਹਾਰਾਜ ਨੇ ਮਨਾ ਕਰ ਦਿੱਤਾ ਸੀ, ਪੰਡਤ ਹਰਦਿਆਲ ਨੂੰ ਮਹਾਰਾਜ ਨੇ ਮਨਾ ਕਰ ਦਿੱਤਾ ਸੀ ਵੀ ਸਾਡਾ ਜਨੇਊ ਨਾਲ ਕੋਈ ਸੰਬੰਧ ਨਹੀਂ ਹੈ। ਪਰ ਜਦੋਂ ਦੁਖੀ ਪੰਡਤ ਆਉਂਦੇ ਨੇ ਨਾ ਮਹਾਰਾਜ ਦੇ ਕੋਲ ਕਿ ਸੱਚੇ ਪਾਤਸ਼ਾਹ ਸਾਡੇ ਜਨੇਊ ਲੱਥਦੇ ਪਏ ਨੇ, ਤੁਸੀਂ ਕਿਰਪਾ ਕਰੋ, ਤੇ ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਨਾਲ ਹਾਂ ਤੁਹਾਡੇ। ਆਪਣੇ ਲਈ ਤਾਂ ਸਾਰੇ ਖਤਮ ਹੋ ਜਾਂਦੇ ਨੇ। ਕਿਸੇ ਦੇ ਅਕੀਦੇ ਨੂੰ ਬਚਾਉਣ ਦੀ ਖਾਤਰ ਇਹ ਸਾਡਾ ਸੀਸਗੰਜ ਸਾਹਿਬ ਜਿਹੜਾ ਅਸਥਾਨ ਹੈ ਨਾ, ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਜੇ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਦੁਨੀਆ ਨੂੰ ਦਸੀਏ ਵੀ ਸੀਸਗੰਜ ਕੀ ਹੈ। ਇਹ ਦੁਨੀਆ ਦਾ ਉਹ ਅਸਥਾਨ ਹੈ ਜਿੱਥੇ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੇ ਹਾਂ। ਸਾਡੇ ਸਤਿਗੁਰੂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ। ਅਸੀਂ ਸੀਸਗੰਜ ਨੂੰ ਇੱਦਾਂ ਪ੍ਰਮੋਟ ਕਰਨਾ ਹੈ, ਅਸੀਂ ਸੀਸਗੰਜ ਸਾਹਿਬ ਨੂੰ ਇੱਦਾਂ ਲੈ ਕੇ ਜਾਣਾ ਹੈ। ਸੀਸਗੰਜ ਦਾ ਮਤਲਬ ਇਹ ਹੈ ਜਿੱਥੇ ਸੀਸ ਜਿੱਤ ਗਿਆ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਉਹ ਕਹਿੰਦੇ ਨੇ ਵੀ ਪਹਿਲੇ ਜਾਮੇ ਦੇ ਵਿੱਚ ਮਹਾਰਾਜ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਵੀ ਮੈਂ ਜਨੇਊ ਨਹੀਂ ਪਾਵਾਂਗਾ। 9ਵੇਂ ਜਾਮੇ ਦੇ ਵਿੱਚ ਮਹਾਰਾਜ ਕਹਿੰਦੇ ਨੇ ਜਨੇਊ ਦੇ ਨਾਲ ਸਾਡਾ ਸੰਬੰਧ ਨਹੀਂ, ਪਰ ਕਿਸੇ ਨੂੰ ਕੋਈ ਧਰਮ ਨਹੀਂ ਨਿਭਾਉਣ ਦਿੰਦਾ ਨਾ, ਤੇ ਮਹਾਰਾਜ ਕਹਿੰਦੇ ਨੇ ਅਸੀਂ ਉੱਥੇ ਉਹਨਾਂ ਦੇ ਨਾਲ ਵੀ ਖੜੇ ਹਾਂ, ਨਾ ਤੇ ਅਸੀਂ ਡਰਦੇ ਹਾਂ ਤੇ ਨਾ ਕਿਸੇ ਨੂੰ ਡਰਾਉਂਦੇ ਹਾਂ।
ਇਸ ਕਰਕੇ ਮਹਾਰਾਜ ਨੇ ਇਹ ਸ਼ਹਾਦਤ ਦਿੱਤੀ ਹੈ। ਦੂਸਰਾ ਪਾਸਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਬਾਰੇ ਇਹ ਗੱਲ ਬੋਲੀ ਗਈ ਸੀ, ਜਿਹੜਾ ਫਤਵਾ ਸੀ ਉਹਦੇ ਵਿੱਚ ਇਹ ਸੀ ਵੀ ਸਿਰ ਧੜ ਦੇ ਨਾਲੋਂ ਅਲੱਗ ਕਰਕੇ ਤੇ ਦਿੱਲੀ ਦੇ ਜਿਹੜੇ 4 ਗੇਟ ਨੇ ਨਾ, ਕਸ਼ਮੀਰੀ ਗੇਟ, ਅਜਮੇਰੀ ਗੇਟ, ਲਾਹੌਰੀ ਗੇਟ, ਤੇ ਇਸ ਤੋਂ ਇਲਾਵਾ ਜਿਹੜਾ ਹੈ ਉਹ ਦਿੱਲੀ ਗੇਟ ਦੀ ਜਿਹੜੀ ਗੱਲ ਆਉਂਦੀ ਹੈ, ਇਹਨਾਂ 4 ਪਾਸਿਆਂ ਦੇ ਉੱਤੇ ਕਹਿੰਦੇ ਸੀ ਵੀ ਜਿਹੜਾ ਧੜ ਹੈ ਨਾ ਅਲੱਗ ਕਰਕੇ ਤੇ ਮਹਾਰਾਜ ਦਾ ਧੜ ਟੰਗ ਦਿੱਤਾ ਜਾਵੇ ਵੀ ਕੱਲ੍ਹ ਨੂੰ ਕੋਈ ਬਗਾਵਤ ਨਾ ਕਰੇ। ਤੇ ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਜੇ ਸੱਚੇ ਪਾਤਸ਼ਾਹ ਦੇ ਇਸ ਧੜ ਦੀ ਇੱਦਾਂ ਬੇਅਦਬੀ ਕੀਤੀ ਗਈ ਤੇ ਫਿਰ ਤੇ ਸਾਡੇ ਲਈ ਮਾੜੀ ਗੱਲ ਹੈ ਨਾ। ਤੇ ਇਸ ਵੇਲੇ ਫਿਰ ਜਿਹੜੇ ਭਾਈ ਜੈਤਾ ਜੀ ਵਰਗੇ ਸਿੱਖ, ਮੈਂ ਸੰਖੇਪ ਕਰਕੇ ਸਮਾਪਤੀ ਕਰ ਦੇਣੀ ਹੈ ਕਿਉਂਕਿ ਅਗਲਾ ਚੈਪਟਰ ਹੈ। ਚਲੋ ਅੱਜ ਕਿਉਂਕਿ ਇੱਥੇ ਫਿਰ ਅਸੀਂ ਸਮਾਪਤੀ ਕਰ ਦਈਏ, ਤੁਸੀਂ ਪਿਆਰ ਦੇ ਵਿੱਚ ਬੈਠੇ ਹੋ ਪਰ ਸਾਨੂੰ ਸਮਾਪਤੀ ਵੱਲ ਵੀ ਧਿਆਨ ਰੱਖਣਾ ਪੈਣਾ। ਭਾਈ ਜੈਤਾ ਜੀ ਵਰਗੇ, ਇਸ ਤੋਂ ਇਲਾਵਾ ਭਾਈ ਊਦਾ ਜੀ ਵਰਗੇ, ਭਾਈ ਨਾਨੂ ਜੀ ਵਰਗੇ ਜਿਹੜੇ ਸਿੱਖ ਨੇ, ਇਸ ਤੋਂ ਇਲਾਵਾ ਭਾਈ ਲੱਖੀ ਸ਼ਾਹ ਵਣਜਾਰਾ ਰਕਾਬਗੰਜ ਸਾਹਿਬ ਦੇ ਅਸਥਾਨ ਦੇ ਉੱਤੇ, ਇਸ ਤੋਂ ਇਲਾਵਾ ਭਾਈ ਲੱਖੀ ਸ਼ਾਹ ਵਣਜਾਰੇ ਦੇ ਜਿਹੜੇ 3 ਪੁੱਤਰਾਂ ਦਾ ਜ਼ਿਕਰ ਆਉਂਦਾ ਹੈ, ਇਹਨਾਂ ਸਾਰਿਆਂ ਨੇ ਮਿਲ ਕੇ ਮਹਾਰਾਜ ਜੀ ਦਾ ਸੀਸ ਤੇ ਮਹਾਰਾਜ ਜੀ ਦਾ ਧੜ ਉਸ ਪਾਸੇ ਸੰਭਾਲਿਆ ਹੈ। ਇਹਦਾ ਵਿੱਚ ਇੱਕ ਕਾਰਨ ਹੈ ਵੀ ਜਿਹੜਾ ਫਤਵਾ ਸੀ ਨਾ ਵੀ ਮਹਾਰਾਜ ਦਾ ਸਰੀਰ 4ਵੇਂ ਪਾਸੇ ਟੰਗਣਾ ਹੈ, ਉਹ ਇਹਨਾਂ ਸਿੱਖਾਂ ਨੇ ਆਪਣੀ ਜਾਨ ਤੇ ਖੇਡ ਕੇ ਤੇ ਮਹਾਰਾਜ ਜੀ ਦਾ ਉਹ ਜਿਹੜਾ ਸਰੀਰ ਸੰਭਾਲਿਆ। ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਦਾ ਜਿਹੜਾ ਹੈ ਉਹਨੂੰ ਅਗਨ ਭੇਟ ਕਰਕੇ ਤੇ ਮਹਾਰਾਜ ਜੀ ਦਾ ਸੰਸਕਾਰ ਆਪਣੇ ਘਰ ਦੇ ਵਿੱਚ ਕੀਤਾ ਸੀ। ਉਹ ਵੀ ਤੇ ਸਿੱਖ ਕਮਾਲ ਦੇ ਨੇ। ਇਹ ਬਾਅਦ ਦੇ ਵਿੱਚ 1783 ਤੋਂ 1785 ਦਾ ਲਗਭਗ ਇਸ ਸ਼ਹੀਦੀ ਤੋਂ ਲਗਭਗ 110 ਸਾਲ ਬਾਅਦ ਦੀ ਗੱਲ ਮੈਂ ਕਰਦਾ ਪਿਆ ਹਾਂ। ਭਾਈ ਬਘੇਲ ਸਿੰਘ ਕਰੋੜ ਸਿੰਘੀਆਂ ਨੇ ਜਦੋਂ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਹੈ, ਦਿੱਲੀ ਜਿੱਤੀ ਹੈ, ਤੇ ਫਿਰ ਇਹ ਅਸਥਾਨ ਜਿਹੜੇ ਸੀ ਉਹ ਲੱਭ ਕੇ ਬਣਾਏ ਸੀ ਉਹਨਾਂ ਨੇ, ਮਹਾਰਾਜ ਦੀ ਯਾਦ ਦੇ ਵਿੱਚ ਇਹ ਅਸਥਾਨ ਬਣਾਏ ਸੀ। ਇਸ ਕਰਕੇ ਇਹ ਜਿਹੜੇ ਨੇ ਇਹ 3 ਸਿੱਖ ਨੇ ਮਹਾਰਾਜ ਜੀ ਦੇ ਨਾਲ ਸ਼ਹੀਦ ਹੋਏ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਨੂੰ ਇਵੇਂ ਸ਼ਹੀਦ ਕੀਤਾ ਗਿਆ ਹੈ। ਸਾਡੇ ਸਾਰਿਆਂ ਦਾ ਫਰਜ਼, ਮੈਂ ਇਹ ਕਹਿ ਦੇਵਾਂ, ਇੰਨਾ ਕੁ ਸਮਝੀਏ ਵੀ ਸਤਿਗੁਰੂ ਨੇ ਜੇ ਆਪਣੇ ਆਪੇ ਨੂੰ ਕੁਰਬਾਨ ਕੀਤਾ ਹੈ ਤੇ ਅਸੀਂ ਕਿਸੇ ਦੇ ਕਿੰਨਾ ਕੁ ਕੰਮ ਆ ਰਹੇ ਹਾਂ। ਦੂਸਰਾ ਪਾਸਾ ਇਹ ਵੀ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਿੱਖਾਂ ਨੇ ਕਿੱਦਾਂ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਦਾਂ ਲਿਆ। ਮਹਾਰਾਜ ਨੇ ਉਹਨੂੰ ਸਿਰ ਸੁੱਟਣ ਵਾਲੇ ਪਾਸੇ ਨਹੀਂ ਲਿਆ। ਮਹਾਰਾਜ ਨੇ ਅਨੰਦਪੁਰ ਸਾਹਿਬ ਦੇ ਵਿੱਚ ਰਣਜੀਤ ਨਗਾਰਾ ਕਾਇਮ ਕੀਤਾ। ਔਰੰਗਜ਼ੇਬ ਕਹਿੰਦਾ ਸੀ ਵੀ ਕਿਸੇ ਨੇ ਘੋੜੀ ਤੇ ਸਵਾਰ ਨਹੀਂ ਹੋਣਾ, ਘੋੜੇ ਤੇ ਸਵਾਰ ਨਹੀਂ ਹੋਣਾ। ਮਹਾਰਾਜ ਕਹਿੰਦੇ ਸਾਡਾ ਕੱਲਾ ਕੱਲਾ ਸਿੱਖ ਘੋੜੇ ਤੇ ਸਵਾਰ ਹੋਵੇਗਾ। ਇਹ ਚੈਲੰਜ ਸੀ ਉਸ ਵੇਲੇ ਦੀ ਸਰਕਾਰ ਨੂੰ। ਉਹ ਕਹਿੰਦਾ ਸੀ ਕੋਈ ਝੰਡਾ ਨਹੀਂ ਰੱਖ ਸਕਦਾ। ਮਹਾਰਾਜ ਕਹਿੰਦੇ ਸਾਡੇ ਇਕੱਲੇ ਇਕੱਲੇ ਨਿਹੰਗ ਸਿੰਘ ਦੇ ਸਿਰ ਦੇ ਉੱਤੇ ਫਰਲਾ ਹੋਵੇਗਾ। ਇਹ ਹੁੰਦਾ ਹੈ ਹੁਕੂਮਤ ਨੂੰ ਚੈਲੰਜ ਕਰਨਾ। ਕਿ ਸੱਚੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਨੇ ਉਸ ਸ਼ਹਾਦਤ ਨੂੰ ਕਿੱਦਾਂ ਲਿਆ। ਤੇ ਲਗਭਗ ਵੇਖ ਲਓ 1675 ਤੋਂ 25 ਸਾਲ ਇਹ ਨੇ ਤੇ 8 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਤੇ 10 ਦੇ ਵਿੱਚ ਸਿੱਖ ਜਿਹੜੇ ਨੇ ਸਰਹੰਦ ਜਿੱਤ ਲੈਂਦੇ ਨੇ। ਤੁਸੀਂ ਵੇਖ ਲਓ, ਇਹ 35 ਸਾਲ ਦਾ ਵਕਫਾ ਹੈ। ਅਜੇ ਬਹੁਤੇ ਬੰਦੇ ਉਹ ਜੀਂਦੇ ਸੀ ਉਸ ਵੇਲੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਵੀ ਵੇਖੀ ਸੀ, ਤੇ ਉਹ ਵੀ ਬੰਦੇ ਜਿਉਂਦੇ ਸੀ ਉਸ ਵੇਲੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਹੁੰਦਾ ਵੀ ਵੇਖ ਲਿਆ। ਇਹ ਇਸ ਪਾਸੇ ਤੋਂ ਅਸੀਂ ਵੇਖਣਾ ਹੈ ਇਹਨਾਂ ਸ਼ਹਾਦਤਾਂ ਨੂੰ, ਨਿਰਵਾਣ ਵਾਲੇ ਪਾਸੇ ਤੋਂ ਨਹੀਂ। ਸਤਿਗੁਰੂ ਕਿਰਪਾ ਕਰਨ, ਜਿੱਦਾਂ ਵੀ ਮਹਾਰਾਜ ਨੇ ਸੇਵਾ ਲਈ, ਮੈਂ ਖੁਦ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਜ਼ਤ ਰੱਖ ਲਈ ਹੈ, ਬਸ ਤੁਹਾਡੇ ਸਾਹਮਣੇ ਕਹਿ ਸਕਿਆ ਹਾਂ।